ਸਤਿ ਸ਼੍ਰੀ ਅਕਾਲ ਦੋਸਤੋ। ਚੈਨਲ ਕਲਮਾਂ ਦੇ ਦੇਸੋਂ ਦੀ ਜਾਨਿਬ ਤੋਂ ਕਿਤਾਬ ਦਸਤਾਵੇਜ਼ ਦਾ ਅਗਲਾ ਭਾਗ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਹਰ ਤੀਸਰੇ ਦਿਨ ਪੰਜਾਬ ਦੇ ਕਿਸੇ ਨਾ ਕਿਸੇ ਅਖਬਾਰ ਵਿੱਚ ਮੇਰੇ ਬੰਬਈ ਵਿੱਚ ਗੁਜ਼ਰੇ ਦਿਨਾਂ ਦਾ ਜ਼ਿਕਰ ਹੁੰਦਾ ਹੈ, ਮਾੜੇ ਤੋਂ ਮਾੜੇ ਲਫ਼ਜ਼ਾਂ ਵਿੱਚ। ਪਰ ਮੈਨੂੰ ਉਹਨਾਂ ਨਾਲ ਕੋਈ ਸ਼ਿਕਵਾ ਨਹੀਂ, ਕਿਉਂਕਿ ਉਹਨਾਂ ਦੀ ਸਮਝ ਮੈਨੂੰ ਸਮਝ ਸਕਣ ਦੇ ਕਾਬਿਲ ਨਹੀਂ। ਸਿਰਫ ਦਰਦ ਇਸ ਗੱਲ ਦਾ ਹੈ ਕਿ ਮੈਨੂੰ ਉਸ ਮਨੁੱਖ ਨੇ ਵੀ ਨਹੀਂ ਸਮਝਿਆ ਜਿਹਨੇ ਕਦੇ ਮੈਨੂੰ ਆਖਿਆ ਸੀ, ਮੈਨੂੰ ਜਵਾਬ ਬਣਾ ਲੈ ਸਾਰੇ ਦਾ ਸਾਰਾ। ਮੈਨੂੰ ਜੇ ਕਿਸੇ ਨੇ ਸਮਝਿਆ ਹੈ ਤਾਂ ਉਹ ਤੇਰੀ ਮੇਜ਼ ਦੇ ਦਰਾਜ਼ ਵਿੱਚ ਪਈਆਂ ਹੋਈਆਂ ਰੰਗਾਂ ਦੀਆਂ ਬੇਜ਼ੁਬਾਨ ਸ਼ੀਸ਼ੀਆਂ ਹਨ, ਜਿਨ੍ਹਾਂ ਦੇ ਪਿੰਡੇ ਮੈਂ ਰੋਜ਼ ਪੂੰਝਦੀ ਤੇ ਪਿਆਰਦੀ ਸਾਂ। ਉਹ ਰੰਗ ਮੇਰੀਆਂ ਅੱਖਾਂ ਵਿੱਚ ਵੇਖ ਕੇ ਮੁਸਕਰਾਉਂਦੇ ਸਨ, ਕਿਉਂਕਿ ਉਹਨਾਂ ਨੇ ਮੇਰੀਆਂ ਅੱਖਾਂ ਦੀ ਤੱਕਣੀ ਦਾ ਭੇਤ ਲੱਭ ਲਿਆ ਸੀ। ਉਹਨਾਂ ਨੇ ਸਮਝ ਲਿਆ ਸੀ ਕਿ ਮੈਨੂੰ ਤੇਰੀ ਕ੍ਰੀਏਟਿਵ ਪਾਵਰ ਨਾਲ ਕਿਹੋ ਜਿਹੀ ਮੁਹੱਬਤ ਹੈ। ਉਹ ਰੰਗ ਤੇਰੇ ਹੱਥਾਂ ਦੀ ਛੋਹ ਲਈ ਕਾਲੇ ਪਏ ਰਹਿੰਦੇ ਸਨ, ਤੇ ਮੇਰੀਆਂ ਅੱਖਾਂ ਉਹਨਾਂ ਰੰਗਾਂ ਵਿੱਚੋਂ ਉਸਰਨ ਵਾਲੀਆਂ ਤਸਵੀਰਾਂ ਲਈ। ਉਹ ਰੰਗ ਤੇਰੇ ਹੱਥਾਂ ਦੀ ਛੋਹ ਇਸ ਲਈ ਮੰਗਦੇ ਸਨ ਕਿ they wanted to justify their existence। ਮੈਂ ਤੇਰਾ ਸਾਥ ਇਸ ਲਈ ਚਾਹਿਆ ਸੀ ਕਿ ਮੈਨੂੰ ਤੇਰੀਆਂ ਕਿਰਤਾਂ ਵਿੱਚ ਆਪਣੀ ਹੋਂਦ ਦੇ ਮਾਇਨੇ ਲੱਭਦੇ ਸਨ। ਇਹ ਮਾਇਨੇ ਮੈਨੂੰ ਆਪਣੀਆਂ ਕਿਰਤਾਂ ਵਿੱਚ ਵੀ ਲੱਭਦੇ ਸਨ, ਪਰ ਤੇਰੇ ਨਾਲ ਰਲ ਕੇ ਇਹ ਮਾਇਨੇ ਬੜੇ ਤਗੜੇ ਹੋ ਜਾਂਦੇ ਸਨ। ਤੂੰ ਆਪਣੇ ਮੇਜ਼ ਉੱਤੇ ਇੱਕ ਦਿਨ ਕੰਮ ਕਰਨ ਲੱਗਾ ਸੀ ਕਿ ਤੂੰ ਹੱਥ ਵਿੱਚ ਬੁਰਸ਼ ਫੜਿਆ ਤੇ ਕੋਲ ਪਈਆਂ ਰੰਗਾਂ ਦੀਆਂ ਸ਼ੀਸ਼ੀਆਂ ਨੂੰ ਖੋਲ੍ਹਿਆ। ਮੇਰੇ ਮੱਥੇ ਨੇ ਤੈਨੂੰ ਪਤਾ ਨਹੀਂ ਕੀ ਆਖਿਆ। ਤੂੰ ਹੱਥ ਵਿੱਚ ਫੜੇ ਹੋਏ ਬੁਰਸ਼ ਨਾਲ ਥੋੜ੍ਹਾ ਜਿਹਾ ਰੰਗ ਲਾ ਕੇ ਮੇਰੇ ਮੱਥੇ ਨੂੰ ਛੁਹਾ ਦਿੱਤਾ। ਪਤਾ ਨਹੀਂ ਇਹ ਮੇਰੇ ਮੱਥੇ ਦੀ ਕਿਹੋ ਜਿਹੀ ਖੁਦਗਰਜ਼ ਮੰਗ ਸੀ। ਅੱਜ ਮੈਨੂੰ ਉਸ ਦੀ ਸਜ਼ਾ ਮਿਲ ਰਹੀ ਹੈ। ਆਦਮ ਨੇ ਜਿਵੇਂ ਕਣਕ ਦਾ ਦਾਣਾ ਜਾਂ ਸੇਬ ਖਾ ਲਿਆ ਸੀ, ਤਾਂ ਉਹਨੂੰ ਵਹਿਸ਼ਤ ਵਿੱਚੋਂ ਕੱਢ ਲਿਆ ਗਿਆ ਸੀ। ਕੱਲ੍ਹ ਇੱਕ ਰੂਸੀ ਆਰਟਿਸਟ ਆਇਆ ਸੀ। ਉਹਨੇ ਮੈਨੂੰ ਸਾਹਮਣੇ ਬਿਠਾ ਕੇ ਇੱਕ ਸਕੈਚ ਬਣਾਇਆ। ਉਹਨਾਂ ਪਲਾਂ ਦੀ ਪੀੜ ਕੋਈ ਨਹੀਂ ਸਮਝ ਸਕਦਾ। ਮੈਂ ਇੱਕ ਨਜ਼ਰ ਉਸ ਸਕੈਚ ਨੂੰ ਵੇਖਿਆ ਤਾਂ ਫਿਰ ਮੇਰੀਆਂ ਅੱਖਾਂ ਭਰ ਆਈਆਂ। ਉਹ ਪੈਨਸਿਲ ਵੀ ਜ਼ਰੂਰ ਮੇਰੇ ਵਾਂਗ ਰੋਈ ਹੋਵੇਗੀ ਕਿ ਕਾਸ਼ ਉਹ ਤੇਰੇ ਹੱਥਾਂ ਵਿੱਚ ਹੁੰਦੀ, ਸਿਰਫ ਤੇਰੇ ਹੱਥਾਂ ਵਿੱਚ। ਫੈਜ਼ਾਂ ਨੂੰ ਉਸ ਬਦਨਸੀਬ ਔਰਤ ਦਾ ਸਲਾਮ ਦੇਵੀਂ ਜਿਹਨੇ ਉਹਦੀ ਜੀਵਨੀ ਲਿਖੀ। ਤੇਰਾ ਖੱਤ ਮਿਲਿਆ ਜੀਤੀ। ਸੋਹਣਿਆ, ਮੈਂ ਤੇਰੇ ਨਾਲ ਗੁੱਸੇ ਨਹੀਂ। ਤੇਰਾ ਮੇਲ ਦੋਸਤੀ ਦੀ ਹੱਦ ਨੂੰ ਛੋਹ ਗਿਆ। ਦੋਸਤੀ ਮੁਹੱਬਤ ਦੀ ਹੱਦ ਤੱਕ ਪਹੁੰਚ ਗਈ, ਮੁਹੱਬਤ ਇਸ਼ਕ ਦੀ ਹੱਦ ਤੱਕ, ਤੇ ਇਸ਼ਕ ਜਨੂਨ ਦੀ ਹੱਦ ਤੱਕ। ਅਤੇ ਜਿਸ ਨੇ ਇਸ ਜਨੂਨ ਦੀ ਹੱਦ ਵੇਖੀ ਹੋਵੇ ਉਹ ਕਦੇ ਗੁੱਸੇ ਨਹੀਂ ਹੋ ਸਕਦਾ। ਮੈਂ ਇਹ ਨਿਖੇੜ ਕੋਈ ਸਜ਼ਾ ਹੈ। ਜੇ ਇਹ ਨਿਖੇੜ ਕੋਈ ਸਜ਼ਾ ਹੈ ਤਾਂ ਇਹ ਸਜ਼ਾ ਮੇਰੇ ਲਈ ਹੈ, ਕਿਉਂਕਿ ਇਹ ਰਸਤਾ ਮੇਰਾ ਚੁਣਿਆ ਹੋਇਆ ਨਹੀਂ। ਮੇਰਾ ਚੁਣਿਆ ਹੋਇਆ ਰਸਤਾ ਮੇਲ ਸੀ। ਨਿਖੇੜ ਦਾ ਇਹ ਰਾਹ ਤੇਰੀ ਚੋਣ ਹੈ, ਤੇਰੀ ਆਪਣੀ ਚੋਣ। ਇਸ ਲਈ ਤੇਰੇ ਵਾਸਤੇ ਇਹ ਸਜ਼ਾ ਨਹੀਂ। ਇਹ ਮੈਂ ਕਦੇ ਨਹੀਂ ਸੋਚਿਆ ਕਿ ਤੇਰੀ ਮੁਹੱਬਤ ਸੱਚੀ ਨਹੀਂ ਸੀ। ਸਿਰਫ ਉਸ ਮੁਹੱਬਤ ਵਿੱਚ ਇੱਕ ਪਿਆਸ ਸੀ, ਜਵਾਨੀ ਦੀ ਪਿਆਸ। ਇਹ ਪਿਆਸ ਤੈਨੂੰ ਮਿਟਾਣੀ ਪਵੇਗੀ ਜੀਤੀ। ਤੂੰ ਤੇ ਮੈਂ ਦੋਵੇਂ ਇਸ ਪਿਆਸ ਦਾ ਭਿਆਨਕ ਰੂਪ ਦੇਖ ਚੁੱਕੇ ਹਾਂ। ਤੂੰ ਜਿਵੇਂ ਮੈਨੂੰ ਤੜਪਦੀ ਨੂੰ ਇੱਕ ਬੇਗਾਨੇ ਘਰ ਵਿੱਚ ਛੱਡ ਗਿਆ, ਉਹ ਤੇਰਾ ਰੂਪ ਨਹੀਂ, ਤੇਰੀ ਪਿਆਸ ਦਾ ਭਿਆਨਕ ਰੂਪ ਹੈ। ਤੂੰ 10 ਵਰੇ ਇਸ ਪਿਆਸ ਨੂੰ ਰੱਜ ਕੇ ਮਿਟਾ ਲੈ, ਫੇਰ ਤੇਰੇ ਜਿਸਮ ਉੱਤੇ ਪਏ ਹੋਏ ਸਾਰੇ ਦਾਗ ਮੈਂ ਹੋਠਾਂ ਨਾਲ ਪੂੰਝ ਲਵਾਂਗੀ। ਤੇ ਜੇ ਤੂੰ ਫੇਰ ਵੀ ਚਾਹਿਆ ਤਾਂ ਮੈਂ ਤੇਰੇ ਨਾਲ ਜਿਉਣ ਲਈ ਵੀ ਤਿਆਰ ਹੋਵਾਂਗੀ, ਮਰਨ ਲਈ ਵੀ। ਬੰਬਈ ਦਾ ਫੈਜ਼ ਆਰਟਿਸਟ ਜਿਹਦੀ ਜ਼ਿੰਦਗੀ ਉੱਤੇ ਅੰਮ੍ਰਿਤਾ ਨੇ ਬੁਲਾਵਾ ਨਾਵਲ ਲਿਖਿਆ ਸੀ। ਇੱਥੇ ਬਲਵੰਤ ਗਾਰਗੀ ਦੇ ਘਰ ਦਾ ਜ਼ਿਕਰ ਹੈ, ਜਿੱਥੇ ਨਵੰਬਰ 1960 ਵਿੱਚ ਕੁਝ ਦਿਨ ਰਹਿ ਕੇ ਅਸੀਂ ਨਿਖੜੇ ਸਾਂ। ਅੰਮ੍ਰਿਤਾ ਜਦੋਂ ਪਹਿਲੀ ਵਾਰ 23 ਅਪ੍ਰੈਲ 1961 ਨੂੰ ਰੂਸ ਗਈ ਸੀ, ਉਹ ਮੇਰੇ ਨਾਲ ਗੁੱਸੇ ਸੀ। ਮੈਂ ਬੰਬਈ ਤੋਂ ਆਪਣੇ ਸ਼ਹਿਰ ਦਿੱਲੀ ਵਾਪਸ ਤਾਂ ਆ ਗਿਆ ਸਾਂ,
ਪਰ ਫਿਜ਼ਾ ਅਜੇ ਆਪਣੀ ਨਹੀਂ ਸੀ ਹੋਈ। ਫਿਰ ਵੀ ਮੈਂ ਅੰਮ੍ਰਿਤਾ ਨੂੰ ਰੂਸ ਜਾਣ ਲੱਗਿਆਂ ਮੋਤੀਏ ਦੇ ਫੁੱਲ ਦਿੱਤੇ ਸਨ। ਰੂਸ ਤੋਂ ਉਸ ਦਾ ਮੈਨੂੰ ਸਿਰਫ ਇੱਕੋ ਖੱਤ ਆਇਆ, ਤੇ ਫਿਰ ਸ਼ਾਇਦ ਉਸ ਨੂੰ ਆਪਣਾ ਗੁੱਸਾ ਯਾਦ ਆ ਗਿਆ। ਫਿਰ ਉਸਨੇ ਕੋਈ ਖੱਤ ਨਹੀਂ ਲਿਖਿਆ। ਇਹ ਖੱਤ ਉਸ ਦਾ ਰੂਸ ਤੋਂ ਆਇਆ ਇੱਕੋ ਖੱਤ ਹੈ। ਜੀਤੀ, ਜ਼ਿੰਦਗੀ ਨੇ ਜਿਹੜੇ ਵੀ ਪਲ ਮੈਨੂੰ ਖੂਬਸੂਰਤ ਦਿੱਤੇ ਹਨ, ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਕੀਮਤਾਂ ਦੀ ਪਰਵਾਹ ਨਹੀਂ। ਤੇਰੀ ਮੁਹੱਬਤ ਦੇ ਪਲਾਂ ਵਾਸਤੇ ਮੈਂ ਭਾਵੇਂ ਕਿੱਡੇ ਵੱਡੇ ਬਿਰਹਾ ਦੀ ਕੀਮਤ ਦਿੱਤੀ ਹੈ, ਤਾਂ ਵੀ ਮੈਂ ਉਹਨਾਂ ਪਲਾਂ ਨੂੰ ਮਹਿੰਗਾ ਨਹੀਂ ਆਖ ਸਕਦੀ। ਇੱਥੇ ਅੱਜ 7 ਬੇਗਾਨੇ ਦੇਸ਼ ਨੇ ਜਿਵੇਂ ਫੁੱਲਾਂ ਨਾਲ ਮੈਨੂੰ ਅਪਣਾਇਆ ਹੈ। ਰਾਈਟਰ ਯੂਨੀਅਨ ਨੇ ਮੇਰੇ ਆਉਣ ਤੋਂ ਪਹਿਲਾਂ ਇੱਕ ਲੇਖ ਛਾਪਿਆ ਹੋਇਆ ਹੈ, ਖੁਸ਼ ਆਮਦੀਦ ਸਾਡੀ ਦੋਸਤ ਅੰਮ੍ਰਿਤਾ। ਤੇ ਜ਼ੁਲਫੀਆ ਨੇ ਜਿਵੇਂ ਮਹਿਮਾਨ ਨਵਾਜ਼ੀ ਕੀਤੀ ਹੈ। ਮੈਂ ਆਖਿਆ ਹੈ, ਕਦੇ ਮੈਂ ਇੱਕ ਨਜ਼ਮ ਲਿਖੀ ਸੀ, ਜ਼ਿੰਦਗੀ ਦੀ ਪ੍ਰਾਹੁਣਾਚਾਰੀ ਵੇਖ ਬੈਠੇ ਹਾਂ ਅਸੀਂ। ਪਰ ਅੱਜ ਜ਼ਿੰਦਗੀ ਨੇ ਮੇਰਾ ਉਲਾਂਭਾ ਲਾ ਦਿੱਤਾ ਹੈ, ਅਤੇ ਜਿਸ ਵੇਲੇ ਮੈਂ ਇਹ ਗੱਲ ਆਖੀ ਸੀ, ਉਸ ਵੇਲੇ ਮੇਰੇ ਵਾਲਾਂ ਵਿੱਚ ਤੇਰੇ ਦਿੱਤੇ ਹੋਏ ਮੋਤੀਏ ਦੇ ਫੁੱਲ ਵੀ ਲੱਗੇ ਹੋਏ ਸਨ। ਨਵੰਬਰ 1960 ਤੋਂ ਦਸੰਬਰ 1963 ਤੱਕ ਅੰਮ੍ਰਿਤਾ ਮੇਰੇ ਨਾਲ ਗੁੱਸੇ ਰਹੀ। ਉਸ ਦਾ ਗੁੱਸਾ ਜਾਇਜ਼ ਸੀ। ਮੈਂ ਇਹ ਸਾਰੇ ਵਰ੍ਹੇ ਦਿੱਲੀ ਵਿੱਚ ਧੂਣੀ ਰਮਾ ਕੇ ਰੋਜ਼ ਆਪਣੀ ਹੀ ਚਨਾਹ ਨੂੰ ਪਾਰ ਕਰਦਾ ਰਿਹਾ। ਅਸੀਂ ਰੋਜ਼ ਇੱਕ ਦੂਜੇ ਨੂੰ ਮਿਲਦੇ ਰਹੇ। ਨਾ ਉਹ ਮੇਰੇ ਬਗੈਰ ਰਹਿ ਸਕਦੀ ਸੀ, ਨਾ ਮੈਂ ਉਸ ਦੇ ਬਗੈਰ। ਉਸਨੇ 1961 ਵਿੱਚ ਹੌਜ ਖਾਸ ਵਿੱਚ ਆਪਣਾ ਮਕਾਨ ਬਣਾਉਣਾ ਸ਼ੁਰੂ ਕੀਤਾ ਸੀ। ਅਸੀਂ ਦੋਵੇਂ ਇਹ ਮਕਾਨ ਬਣਦਾ ਵੇਖਦੇ ਰਹੇ। ਮਾਰਚ 1962 ਤੋਂ ਅੰਮ੍ਰਿਤਾ ਆਪਣੇ ਨਵੇਂ ਮਕਾਨ ਵਿੱਚ ਰਹਿ ਰਹੀ ਸੀ। ਫਿਰ 8 ਜਨਵਰੀ 1964 ਨੂੰ ਦੂਰੀ ਦੀ ਇਹ ਚਨਾਹ ਮੁੱਕ ਗਈ ਤੇ ਅਸੀਂ ਇਕੱਠੇ ਰਹਿਣ ਲੱਗ ਪਏ। ਪਰ ਪਹਿਲੇ ਵਰ੍ਹਿਆਂ ਵਿੱਚ ਜੋ ਇਕੱਲਤਾ ਉਸਨੇ ਭੋਗੀ, ਉਸ ਅਰਸੇ ਦਾ ਲਿਖਿਆ ਇਹ ਖੱਤ ਹੈ 29 ਮਾਰਚ 1962 ਦਾ। ਜੀਤੀ, ਇਹ ਮੇਰੀ ਜ਼ਿੰਦਗੀ ਦੀ ਸੜਕ ਕਿਹੋ ਜਿਹੀ ਹੈ, ਜਿਹਦੇ ਸਾਰੇ ਮੀਲ ਪੱਥਰ ਹਾਦਸਿਆਂ ਦੇ ਬਣੇ ਹੋਏ ਹਨ। ਤੂੰ ਸੀ ਤਾਂ ਘਰ ਨਹੀਂ ਸੀ, ਅੱਜ ਘਰ ਹੈ ਤਾਂ ਤੂੰ ਨਹੀਂ। ਪਰ ਇੱਕ ਕਾਨੂੰਨ ਦੀ ਥੋੜ੍ਹੇ ਜਿਹੇ ਮੀਲਾਂ ਦੀ ਵਿੱਥ ਹੁੰਦੀ ਹੈ, ਪਰ ਇੱਕ ਕਾਨੂੰਨ ਦੀ ਨਿੱਕੀ ਜਿਹੀ ਮੁਹਰ ਇਸ ਨੂੰ ਦੂਸਰੀ ਦੁਨੀਆ ਦੀ ਵਿੱਥ ਬਣਾ ਦਿੰਦੀ ਹੈ। ਮੈਂ ਅਜੀਬ ਤਰ੍ਹਾਂ ਬੇਚੈਨ ਹਾਂ, ਤੇ ਇੰਜ ਜਾਪਦਾ ਪਿਆ ਹੈ ਜਿਵੇਂ ਇਹ ਬੇਚੈਨੀ ਮੇਰੀ ਉਮਰ ਜਿੰਨੀ ਲੰਬੀ ਹੈ, ਜਾਂ ਮੇਰੀ ਉਮਰ ਦਾ ਨਾਂ ਹੀ ਬੇਚੈਨੀ ਹੈ। ਆਸ਼ੀ। ਸੁਣਨ ਲਈ ਧੰਨਵਾਦ। ਜਲਦ ਹੀ ਤੁਹਾਡੇ ਰੂਬਰੂ ਹੋਵਾਂਗੇ ਅੰਮ੍ਰਿਤਾ ਅਤੇ ਇਮਰੋਜ਼ ਦੇ ਅਗਲੇ ਖੱਤਾਂ ਨਾਲ।